ਆਖੇਗਾ ਤੁਸੀਂ ਜਾਣਾ ਜਾਓ, ਇੱਕ ਮੇਰੇ ਵਾਸਤੇ ਗੱਲ ਨਹੀਂ, ਕਿਉਂਕਿ ਮੈਨੂੰ ਮੁਸਲਮਾਨਾਂ ਮਾਰ ਦੇਵੇ। ਇਹ ਤੇ ਜਿਹੜਾ ਕੁਰਾਨ ਸ਼ਰੀਫ ਹੈ ਉਹ ਤੇ ਨਹੀਂ ਸੀ ਪੜ੍ਹਿਆ, ਲੇਕਿਨ ਅਸੀਂ ਮਸੀਤ ਤੇ ਜਾਣ ਲੱਗ ਪਏ। ਮਸੀਤ ਤੇ ਜਾਣ ਲੱਗ ਪਏ। ਮੈਂ ਕਿਹਾ ਅਸੀਂ ਇਸ ਘਰ ਦੇ ਵਿੱਚ ਰਹਿਣ ਵਾਲੇ ਹਾਂ, ਅਸੀਂ ਪੰਜਾਬ 'ਚ ਚਲੇ ਗਏ ਸੀ, ਅਸੀਂ ਮੈਂ ਇਹੀ ਆਇਆ ਵੇਖਣ ਵਾਸਤੇ। ਉਹ ਆਖਣਗੇ ਅੱਜ ਵੀ ਘਰ ਤੁਹਾਡਾ ਹੀ ਹੈ। ਹਾਏ ਹਾਏ। ਤੇ ਆ ਕੇ ਚੰਗੀ ਤਰ੍ਹਾਂ ਵੇਖੋ ਤੁਸੀਂ। ਵਾਹ ਜੀ। ਮੈਂ ਅੱਜ ਪਹੁੰਚਿਆ ਜੀ ਹੁਸ਼ਿਆਰਪੁਰ ਦੀ ਤਹਿਸੀਲ ਦਸੂਹੇ ਦੇ ਇੱਕ ਪਿੰਡ ਸਫਦਰਪੁਰ ਵਿੱਚ। ਜਿਵੇਂ ਨਾਮ ਤੋਂ ਪਤਾ ਲੱਗਦਾ ਵੀ ਸਫਦਰਪੁਰ 47 ਤੋਂ ਪਹਿਲਾਂ ਮੁਸਲਮਾਨ ਲੋਕਾਂ ਦਾ ਪਿੰਡ ਸੀ, ਔਰ ਇਹ ਵੀ ਸੁਣਨ ਨੂੰ ਮਿਲਿਆ ਕਿ ਮੁਸਲਮਾਨ ਜੱਟਾਂ ਦਾ ਪਿੰਡ ਸੀ। ਤੇ 47 ਤੋਂ ਬਾਅਦ ਜਿਹੜੇ ਬਜ਼ੁਰਗ ਜਿਹੜੇ ਲੋਕ ਇੱਥੇ ਆਏ ਉਹ ਬਹੁਤੇ ਸਿਆਲਕੋਟ ਦੇ ਸੀਗੇ, ਤੇ ਸਾਡੀ ਖੁਸ਼ਕਿਸਮਤੀ ਆ ਕਿ ਉਹ ਬਜ਼ੁਰਗ ਕਾਇਮ ਦਾਇਮ ਨੇ ਸਾਨੂੰ ਇਹ ਦੱਸਣ ਲਈ ਕਿ ਉਸ ਮਾੜੇ ਸਮੇਂ ਦੇ ਵਿੱਚ ਪੰਜਾਬੀਆਂ ਨਾਲ ਕੀ ਵਾਪਰਿਆ ਸੀ, ਇਹਨਾਂ ਨੂੰ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਕਿਵੇਂ ਹਿਜਰਤ ਕਰਨੀ ਪਈ, ਪਰੇ ਭਰਾਏ ਘਰ ਕਿਵੇਂ ਛੱਡਣੇ ਪਏ, ਤੇ ਕਿਸ ਤਰ੍ਹਾਂ ਨਵੇਂ ਸਿਰਿਓਂ ਇਹ ਆਪਣੀ ਰਾਖ ਚੋਕ ਗਏ, ਨਵੇਂ ਸਿਰਿਓਂ ਜ਼ਿੰਦਗੀ ਅਲਫਬੇ ਤੋਂ ਜਾਂ ਊੜੇ ਐੜੇ ਤੋਂ ਜਾਂ ABC ਤੋਂ ਸ਼ੁਰੂ ਕੀਤੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਨਾਮ ਹੈਗਾ ਕੈਪਟਨ ਕਪੂਰ ਸਿੰਘ। ਮੈਂ ਫੌਜ ਦੇ ਵਿੱਚੋਂ ਰਿਟਾਇਰ ਹੋਇਆ। ਜੀ ਜੀ। ਅੱਛਾ ਕੈਪਟਨ ਸਾਹਿਬ, ਤੁਹਾਨੂੰ ਮਿਲਣ ਦਾ ਮਕਸਦ ਇਹ ਆ ਹਾਂਜੀ ਕਿ ਆਪਾਂ ਤੁਹਾਨੂੰ ਥੋੜ੍ਹੇ ਸਮੇਂ ਲਈ ਹਾਂਜੀ ਤੁਹਾਡੇ ਪੁਰਾਣੇ ਪਿੰਡ ਲੈ ਜਾਣਾ, ਠੀਕ ਹੈ। ਜਿੱਥੇ ਤੁਸੀਂ ਜੰਮੇ, ਜਿੱਥੇ ਪਲੇ, ਜਿਨ੍ਹਾਂ ਗਲੀਆਂ 'ਚ ਤੁਸੀਂ ਖੇਡੇ। ਉੱਥੇ ਪੜ੍ਹਿਆ ਮੈਂ। ਉਹ ਕਿਹੜਾ ਪਿੰਡ ਸੀਗਾ ਜੀ? ਪਲੱਗਣ। ਪਿੰਡ ਕਿੱਥੇ ਕੁ ਸੀਗਾ ਇਹ? ਇਹ ਹੈਗਾ ਸੀ ਜੀ ਮਤਲਬ ਪਸਰੂਰ ਦੇ ਬਿਲਕੁਲ ਲਾਗੇ, ਕੋਈ 5 ਕਿਲੋਮੀਟਰ ਦੇ ਉੱਤੇ। ਨਾਲ ਕਿਹੜੇ ਪਿੰਡ ਲੱਗਦੇ ਸੀਗੇ? ਨਵਾਂ ਪਿੰਡ, ਡੁਗਰੀ, ਫਿਰ ਉਸ ਤੋਂ ਬਾਅਦ ਤੇਈਓ ਵਾਲੀ, ਤੇ ਇਹ ਪਿੰਡ ਲੱਗਦੇ ਹਨ ਨਾਲ। ਠੀਕ। ਅੱਛਾ ਉਹ ਕਿਹੜੀ ਗੋਤ ਦਾ ਪਿੰਡ ਸੀ? ਜੱਟਾਂ ਦੀ ਕਿਹੜੀ ਗੋਤ ਸੀ? ਸਾਡੇ ਅਸੀਂ ਵਿਰਕਸਾ ਸਾਰੇ। ਪੂਰਾ ਪਿੰਡ ਹੀ ਬਿਰਕਾਂ ਦਾ ਸੀ? ਨਹੀਂ, ਵਿੱਚ ਮੁਸਲਮਾਨ ਵੀ ਸਨ। ਉਹ ਵੀ ਵਿਰਕ ਸੀ? ਨਾ, ਉਹ ਸੈਦ ਸਨ। ਅੱਛਾ ਜੀ। ਹਾਂ, ਇੱਕ ਬਰਾਸ਼ਿਆਂ ਦਾ ਘਰ ਸੀ, ਇੱਕ ਤੇਲੀਆਂ ਦਾ ਘਰ ਸੀ। ਅੱਛਾ ਅੱਛਾ। ਤੁਹਾਨੂੰ ਨਾਂ ਕਿੰਨੇ ਕੁ ਯਾਦ ਆ? ਸੈਦ ਜਿਹੜੇ ਸੀ ਉਹਨਾਂ ਦੇ ਨਾਮ ਦੱਸੋ ਤਾਂ। ਭਈ ਮੇਰਾ ਖਿਆਲ ਹੈ ਕਿ ਮੈਨੂੰ ਸੈਦ ਦਾ ਕੋਈ ਨਾਮ ਤਾਂ ਯਾਦ ਨਹੀਂ ਹੈਗਾ। ਹੁਣ ਇੱਕੋ ਹੀ ਪਿੰਡ ਘਰ ਦਾ ਯਾਦ ਹੈ। ਨਹੀਂ, ਇੱਕ ਸਾਡਾ ਜਿਹੜਾ ਮਾਸਟਰ ਸੀ ਉਹਦਾ ਨਾਮ ਹਮੀਦੋ ਸੀ। ਮੀਦੋ। ਉਹ ਕਿਹੜੇ ਪਿੰਡੋਂ ਆਉਂਦੇ ਸੀ? ਸਾਡੇ ਪਿੰਡ ਦੇ ਆਣ। ਖੈਰ ਆਪਣੇ ਬਜ਼ੁਰਗਾਂ ਬਾਰੇ ਦੱਸ ਦਿਓ ਕਿ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ, ਬਾਬਾ ਜੀ ਦਾ ਕੀ ਨਾਂ ਸੀ? ਮੇਰਾ ਨਾਮ, ਮੇਰੇ ਪਿਤਾ ਦਾ ਨਾਮ ਸੀ ਖੇੜਾ ਸਿੰਘ ਬਲਗਣਾ ਵਾਲਾ। ਅੱਛਾ ਜੀ। ਉਹ ਬੜੇ ਮਸ਼ਹੂਰ ਸਨ। ਉਹਦਾ ਪਿਓ ਦਾ ਨਾਮ ਸੀ ਲੱਦਾ ਸਿੰਘ ਜੀ। ਹਾਂਜੀ। ਤੁਹਾਡੇ ਪਿਤਾ ਜੀ ਕਿਉਂ ਮਸ਼ਹੂਰ ਸੀਗੇ ਜੀ? ਖਾਸੀਅਤ ਉਹਨਾਂ ਦੀ? ਉਹਨਾਂ ਦੀ ਖਾਸੀਅਤ ਇਹ ਸੀ ਕਿ ਉਹ ਬਹੁਤ ਜ਼ਿਆਦਾ ਮਸ਼ਹੂਰ ਸਨ ਗਾਉਣ ਦੇ ਵਿੱਚ। ਜਿਹੜਾ ਪਹਿਲਾ ਸ਼ੁਰੂਲਾ ਗਾਉਣ ਸੀ ਉਹ ਜਿਹਾ। ਵਾਹ ਜੀ ਵਾਹ। ਜਦੋਂ ਲੋਕੀ ਪਿੰਡਾਂ 'ਚ ਜਾ ਕੇ ਗਾਉਂਦੇ ਸੀ? ਗਾਉਂਦੇ ਸੀ ਹਾਂਜੀ। ਅੱਛਾ ਕਿਹੜੇ ਸਾਜ਼ ਨਾਲ ਗਾਉਂਦੇ ਸੀਗੇ? ਉਹ ਵੰਜੜੀ ਇੱਕ ਹੁੰਦੀ ਸੀ। ਵੰਜਲੀ। ਹਾਂ। ਉਹ ਵੰਜੜੀ ਉਹਦੇ ਨਾਲ ਹੁੰਦਾ ਸੀ, ਉਹਦਾ ਨਾਂ ਸੀ ਛਾਣਾ। ਉਹ ਮੁਸਲਮਾਨ ਸੀ? ਨਹੀਂ, ਆਤਰਮੀ। ਧਰਮੀ ਸੀ। ਛਾਣਾ। ਉਹ ਛਾਣੇ ਹੋਣੀ ਕਿਹੜੇ ਪਿੰਡ ਦੇ ਸੀ? ਉਹ ਕਿਹੜੇ ਪਿੰਡ ਦੇ ਮੈਨੂੰ ਯਾਦ ਨਹੀਂ ਹੈਗਾ। ਜੋੜੀ ਪੱਕੀ ਸੀ ਉਹਨਾਂ ਦੀ? ਮਤਲਬ ਉਹਦੇ ਨਾਲ ਵੰਜੜੀ ਉਹੀ ਵਜਾਉਂਦਾ ਸੀ, ਬਾਕੀ ਦੂਜਾ ਕੋਈ ਨਹੀਂ ਵਜਾ ਸਕਦਾ। ਵਾਹ ਜੀ ਵਾਹ। ਇਹ ਬੜੀ ਇਹ ਬਿਲਕੁਲ ਏਡੀ ਸਰਾਖ ਬਣਾਉਂਦੇ ਸੀ। ਅੱਛਾ ਗੱਲ ਸੁਣੋ, ਤੁਸੀਂ ਉਹਨਾਂ ਦਾ ਗਾਉਣ ਸੁਣਿਆ? ਹਾਂਜੀ ਹਾਂਜੀ, ਮੈਂ ਸੁਣਿਆ। ਕੋਈ ਸੁਣਾਓ ਤਾਂ ਉਹਨਾਂ ਦੇ ਬੋਲ, ਕਿਸ ਤਰ੍ਹਾਂ ਦੇ ਗੀਤ ਗਾਉਂਦੇ ਹੁੰਦੇ ਸੀ ਉਹ? ਮੈਨੂੰ ਗੀਤ ਕੋਈ ਨਹੀਂ ਯਾਦ ਹੈਗਾ। ਮੈਂ ਤੁਹਾਨੂੰ ਦੱਸਾਂ ਰਿਹਾ, ਮੈਂ ਛੋਟਾ ਸਾਂ, ਉਹ 9 ਸਾਲ ਦਾ ਮੈਂ। ਚਲੋ ਤੁਸੀਂ ਦੱਸ ਦਿਓ ਵੀ ਕਿੰਨੇ ਕੁ ਪਿੰਡਾਂ 'ਚ ਜਾਂਦੇ ਹੁੰਦੇ ਸੀ ਉਹ ਗਾਉਣ? ਉਹ ਤਕਰੀਬਨ ਇੱਧਰ ਵੀ ਹੋ ਗਏ ਨੇ। ਅੱਛਾ, ਇਹਦਾ ਮਤਲਬ ਫਿਰ ਦਰਿਆ ਵੀ ਟੱਪ ਗਏ ਸੀ ਉਹ? ਬਿਲਕੁਲ, ਬਹੁਤ ਮਸ਼ਹੂਰ ਸਨ ਉਹ। ਅੱਛਾ ਬਿਰਕ
ਲੜਨ ਭਿੜਨ ਨੂੰ ਵੀ ਸ਼ੇਰ ਹੁੰਦੇ ਆ। ਨਹੀਂ, ਸਾਡਾ ਜਿਹੜੇ ਵਿਰਕ ਸਨ ਉਹ ਬਹੁਤ ਭਲੇ ਮਨ ਸਨ, ਚੰਗੇ ਸਨ। ਕਿਉਂਕਿ ਤੁਸੀਂ ਇਕੱਲੇ ਸੀ ਨਾ, ਹਾਂ ਹੁੰਦੇ ਤੁਸੀਂ ਆਪਣੇ ਟੱਪੇ 'ਚ ਸ਼ੇਖੂਪੁਰੇ ਗੁੱਜਰਾਂ ਵਾਲੇ, ਹਾਂਜੀ। ਤਾਂ ਫਿਰ ਤਾਂ ਹੋਰ ਤਰ੍ਹਾਂ ਦੇ ਤੁਹਾਡੇ ਸੁਭਾਅ ਹੋਣੇ ਸੀ। ਨਾ ਸਿਆਲਕੋਟ 'ਚ ਤੁਸੀਂ ਘੱਟ ਗਿਣਤੀ 'ਚ ਰਹਿ ਗਏ, ਹਾਂਜੀ, ਬਸ ਇਸ ਤਰ੍ਹਾਂ ਹੀ ਹੈ। ਹੈ ਨਾ ਜੀ। ਵਿਰਕ ਥੋੜੇ ਸੀਗੇ ਸਿਆਲਕੋਟ 'ਚ। ਬਹੁਤ ਥੋੜੇ। ਇਹ ਬਹੁਤ ਪਿੰਡ ਇੱਕ ਅਲਕੜੇ ਉਹਦੇ ਲਾਗੇ ਪਿੰਡ ਸੀ, ਇੱਕ ਬੜਾ ਮਸ਼ਹੂਰ ਪਿੰਡ ਸੀ ਇਹ। ਉਹਦੇ ਨਾਲ ਲੱਗਦਾ ਸੀ ਬਲਗਣ। ਅਲਕੜੇ ਜਿਹੜੇ ਆ ਉਹ ਵੀ ਇੱਕ ਮਸ਼ਹੂਰ ਸੀ ਪਿੰਡ। ਉਹ ਵੀ ਵਿਰਕਾਂ ਦਾ ਸੀ? ਨਹੀਂ, ਉਹਦੇ ਵਿੱਚ ਬਾਜਵੇ ਸਨ, ਲੇਕਿਨ ਉਹ 'ਤੇ ਇੱਕ ਰਸੀਲਾ ਪਹਿਲਵਾਨ ਸੀ ਆਹਾ, ਜਿਹੜਾ ਕਿ ਚੁੱਕਦਾ ਸੀ ਵੇਟ, ਬੁਗਦਰ। ਉਹਦਾ ਨਾਂ ਸੀ ਰਸੀਲਾ। ਉਹ ਇੱਥੇ ਖੋਖਰੀ ਸਾਡੇ ਪਿੰਡ ਲਾਗੇ ਇੱਥੇ ਨਾਲ ਹੈਗਾ, ਉੱਥੇ ਆ ਗਿਆ ਸੀ। ਅੱਛਾ, ਇੱਧਰ ਆ ਕੇ ਕਾਫੀ ਦੇਰ ਜਿਉਂਦਾ ਰਿਹਾ। ਬਹੁਤ ਚਿਰ ਜਿਉਂਦਾ ਰਿਹਾ ਇੱਥੇ। ਇੱਥੇ ਉਹ ਵੇਟ ਚੁੱਕਿਆ ਵੀ ਹੈ, ਵਾਹ ਜੀ ਵਾਹ। ਤੇ ਹੁਣ ਉਹ ਖਤਮ ਹੋ ਗਿਆ। ਕਿੱਦਾਂ ਦੇ ਬੰਦੇ ਸੀ ਹਾਂਜੀ ਉਦੋਂ? ਮਤਲਬ ਇਸ ਤਰ੍ਹਾਂ ਦੇ ਬੰਦੇ ਹਨ ਸਾਡੇ ਜਿਹੜੇ ਅਸਲ ਬਜ਼ੁਰਗ ਸਨ ਨਾ, ਉਹ ਜ਼ਿਆਦਾ ਇਹ ਨਹੀਂ ਸਨ ਕਿ ਸਿੱਖ ਨਹੀਂ ਸਨ ਸਮਝਦੇ। ਉਹ ਇੱਕ ਸਮਝਣਾ ਸੀ ਇਸ ਤਰ੍ਹਾਂ ਦੇ ਆ ਜੱਟ। ਅੱਛਾ, ਜਦੋਂ ਪਾਰਟੀਸ਼ਨ ਹੋਈ ਉਦੋਂ ਫਿਰ ਤੁਸੀਂ ਕਿਵੇਂ ਆਏ ਉੱਥੋਂ? ਮਤਲਬ ਅਸੀਂ ਰਹੇ ਹਾਂ ਉੱਥੇ ਹੀ। ਅਸੀਂ ਬਾਅਦ 'ਚ ਆਏ ਹਾਂ। ਤੁਸੀਂ ਅਗਸਤ ਮਹੀਨੇ ਉੱਥੇ ਸੀਗੇ? ਹਾਂਜੀ, ਅਗਸਤ, ਸਤੰਬਰ, ਅਕਤੂਬਰ ਕਾਫੀ ਮਹੀਨੇ ਰਹੇ? ਅਸੀਂ ਮਹੀਨੇ ਰਹੇ ਹਾਂ ਉੱਥੇ। ਮੁਸਲਮਾਨ ਹੋ ਕੇ? ਮੁਸਲਮਾਨ ਨਹੀਂ ਅਸੀਂ ਹੋਏ, ਅਸੀਂ ਹਿੰਦੂ ਹੀ ਰਹੇ ਹਾਂ। ਅੱਛਾ ਜੀ। ਤੇ ਰਹੇ ਉੱਥੇ ਆ ਅਸੀਂ। ਕਿੰਨੇ 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 ਮਹੀਨੇ ਰਹੇ ਤੁਸੀਂ ਉੱਥੇ? ਉੱਥੇ 4-5 ਮਹੀਨੇ ਰਹੇ ਹਾਂ। ਨਹੀਂ, ਤੁਹਾਡਾ ਇਕੱਲਾ ਹੀ ਪਰਿਵਾਰ ਸੀ ਉੱਥੇ ਬਸ ਰਿਹਾ ਜਿਹੜਾ? ਤਕਰੀਬਨ ਇੱਕ ਇਕੱਲਾ ਪਰਿਵਾਰੀ ਸੀ। ਤੇ ਉਸ ਵੇਲੇ ਤਾਂ ਫਿਰ ਇੱਧਰੋਂ ਉੱਜੜ ਕੇ ਜਾਣੇ ਵਾਲੇ ਵੀ ਪਹੁੰਚ ਗਏ ਹੋਣਗੇ ਉੱਥੇ? ਸਾਡਾ ਜਿਹੜਾ ਇੱਕ ਲੜਕਾ ਸੀ, ਸਾਡਾ ਇੱਕ ਭਰਾ ਸੀ ਜਿਹੜਾ ਕਿ ਚੱਲਦਾ ਫਿਰਦਾ ਸੀ, ਉਹ ਆ ਗਿਆ ਸੀ ਇੱਧਰ। ਉਹਨੂੰ ਫਿਰ ਸਾਨੂੰ ਜਾ ਕੇ ਉੱਥੋਂ ਲਿਆਂਦਾ? ਲਿਆਂਦਾ। ਟਰੱਕ ਲੈ ਕੇ ਗਿਆ ਸੀ? ਜਿਹੜੀ ਫੌਜ ਹੈ ਨਾ, ਫੌਜ ਦਾ ਟਰੱਕ ਸੀ, ਅੱਛਾ ਅੱਛਾ। ਉਹ ਹੀ ਲੈ ਗਿਆ। ਵਿਰਕ ਸਾਹਿਬ, ਹੁਣ ਤੁਹਾਡੇ ਤੋਂ ਇਹੀ ਪੁੱਛਣਾ ਵੀ ਤੁਸੀਂ ਰਹਿ ਕਿਵੇਂ ਗਏ? ਬਾਕੀ ਬੰਦੇ ਉੱਜੜ ਕੇ ਆ ਗਏ, ਤੁਸੀਂ ਕਿਵੇਂ ਰਹਿ ਗਏ? ਇੱਕ ਸਾਰੀ ਗੱਲਬਾਤ ਕਿਵੇਂ ਹੋਈ ਇਹ ਦੱਸੋ। ਉਹ ਇਸ ਤਰ੍ਹਾਂ ਹੋ ਗਈ ਕਿ ਸਾਡਾ ਜਿਹੜਾ ਪਿਓ ਸੀ, ਜਿਹੜਾ ਫਾਦਰ ਸੀ, ਉਹ ਬਹੁਤ ਮਿਲ ਮੋਟਰ ਵਾਲਾ ਸੀ, ਅਤੇ ਉਹਨੂੰ ਲੋਕਾਂ ਨੇ ਬੜਾ ਸਤਿਕਾਰ ਦਿੱਤਾ। ਉਹ ਆਪਣੇ ਘਰ ਲੈ ਗਏ ਮੁਸਲਮਾਨ। ਆਹਾ, ਭਈ ਤੂੰ ਸਾਡੇ ਕੋਲ ਰਹੋ, ਕੋਈ ਗੱਲ ਨਹੀਂ, ਤੇਰਾ ਮਾਲ ਵਿਗਾ ਨਹੀਂ ਕਰ ਸਕਦਾ ਕੋਈ। ਤੂੰ ਕਲਾਕਾਰ ਬੰਦਾ ਹੈ? ਕਲਾਕਾਰ ਬੰਦਾ ਹੈ। ਅਤੇ ਇਸ ਵਾਸਤੇ ਫਿਰ ਉਹ ਨਾਲੇ ਥੋੜ੍ਹਾ ਬਜ਼ੁਰਗ ਵੀ ਹੋ ਗਏ ਸਨ, ਅਤੇ ਇਸ ਤਰੀਕੇ ਨਾਲ ਫਿਰ ਅਸੀਂ। ਅੱਛਾ, ਇੱਕ ਗੱਲ ਦੱਸਿਓ, ਕਿਹੜਾ ਮੁਸਲਮਾਨ ਉਹਨਾਂ ਨੂੰ ਆਪਣੇ ਘਰ ਲੈ ਕੇ ਗਿਆ ਸੀ? ਨਹੀਂ ਯਾਦ ਇਹ ਨਹੀਂ ਯਾਦ? ਹਾਂ। ਜਦੋਂ ਬਾਕੀ ਤੁਹਾਡਾ ਸਿੱਖ ਭਾਈਚਾਰਾ ਇੱਧਰ ਆ ਗਿਆ ਹਾਂਜੀ, ਜਾਂ ਹਿੰਦੂ ਭਾਈਚਾਰਾ ਇੱਧਰ ਆ ਗਿਆ, ਤੁਸੀਂ ਇਕੱਲੇ ਉੱਥੇ ਰਹਿ ਗਏ, ਹਾਂ। ਤੁਹਾਨੂੰ ਆਪਣਾ ਘਰ ਵੀ ਮਿਲ ਗਿਆ, ਚਲੋ ਮਿੱਟੀ 'ਚ ਵੀ ਤੁਹਾਨੂੰ ਮੋਹ ਜਿਹੜਾ ਸੀ ਉਹ ਵੀ ਬਰਕਰਾਰ ਰਿਹਾ, ਹਾਂ, ਤੁਸੀਂ ਆਪਣੇ ਵਤਨ ਤੋਂ ਉੱਜੜੇ ਨਹੀਂ, ਲੇਕਿਨ ਇਹ ਤੁਹਾਡੇ ਜਿਹੜੇ ਬਜ਼ੁਰਗ ਆ ਆਪਣੇ ਭਾਈਚਾਰੇ ਨੂੰ ਤਾਂ ਮਿਸ ਕਰਦੇ ਹੋਣੇ ਆ? ਬਿਲਕੁਲ ਅਸੀਂ ਕਰਦੇ ਹਾਂ ਵੀ ਅਸੀਂ ਆਦੇ ਹਾਂ ਵੀ ਸਾਡਾ ਭਾਈਚਾਰਾ ਜਿਹੜਾ ਉਹ ਮਤਲਬ ਚਲਾ ਗਿਆ ਉਧਰ, ਤੇ ਅਸੀਂ ਇੱਧਰ ਰਹਿ ਗਏ। ਕਿੰਨੇ ਜੀ ਸੀ ਤੁਸੀਂ ਜੀ ਆਪਣੇ ਪਰਿਵਾਰ 'ਚ? ਅਸੀਂ ਇੱਕ ਤੇ 4 ਭਰਾ ਸਾਂ ਜੀ। ਜਿਸ ਤੋਂ ਇੱਕ ਆ ਗਿਆ ਸੀ, ਤੇ 4 ਅਸੀਂ ਤਿੰਨ ਉੱਥੇ ਰਹਿ ਗਏ ਸੀ। ਤੁਹਾਡੇ ਮਾਂ ਪਿਓ ਸੀਗੇ? ਹਾਂ। ਦਾਦੀ ਦਾਦਾ ਸੀਗੇ? ਨਹੀਂ ਨਹੀਂ ਨਹੀਂ, ਉਹ ਨਹੀਂ ਸਨ। ਵੈਸੇ ਤੁਹਾਡੇ ਨਾਨਕੇ ਕਿੱਥੇ ਸੀਗੇ? ਉਹ ਜੀ ਅੱਗੇ ਸਨ ਨਾਰੋਵਾਲ ਦੇ ਲਾਗੇ ਇੱਕ ਪਿੰਡ ਸੀ ਮਾਨ, ਅੱਛਾ ਜੀ। ਉੱਥੇ ਸਾਡੇ ਨਾਨਕੇ ਸਨ। ਮਾਨ ਗੋਦ ਦੇ ਹੋਣੇ ਉਹ? ਹਾਂਜੀ, ਉਹ ਵੀ ਆ ਗਏ? ਉਹ ਵੀ ਆ ਗਏ। ਇਹ 4 ਮਹੀਨੇ ਕਿਵੇਂ ਕੱਟੇ ਜਦੋਂ ਇੱਧਰੋਂ ਮੁਸਲਮਾਨ ਉੱਜੜ ਕੇ ਗਏ, ਜ਼ਖਮੀ ਹੋਏ, ਹਾਂ। ਕਈਆਂ ਦੇ ਕਤਲ ਹੋ ਗਏ ਹੋਣਗੇ ਰਿਸ਼ਤੇ ਨਾਤੇ ਦਾ, ਉਹਨਾਂ ਨੇ ਗੁੱਸਾ ਨਹੀਂ ਕੀਤਾ ਵੀ ਇਹ ਸਿੱਖ ਰੱਖਿਓ ਇੱਥੇ? ਨਹੀਂ, ਉਹ ਜਦੋਂ ਫਿਰ ਬਾਅਦ 'ਚ ਕੋਈ ਥੋੜ੍ਹਾ ਜਿਹਾ ਢਿੱਲ ਮੱਠ ਹੋ ਗਈ ਨਾ, ਉਹ ਫਿਰ ਸਾਡੇ ਨਾਲ ਬਿਲਕੁਲ ਅਸੀਂ ਵਾਲ-ਵੂਲ ਕਟਾਤੇ ਹਨ। ਆਹ ਤਾਂ ਠੀਕ ਹੈ ਅਸੀਂ ਬਿਲਕੁਲ ਉਹਨਾਂ ਨਾਲ ਰਲ ਮਿਲ ਗਏ ਜੀ ਜੀ। ਅਤੇ ਉਹ ਸਾਨੂੰ ਬਿਲਕੁਲ ਸਤਿਕਾਰ ਕਰਦੇ ਹਨ, ਸਾਡਾ ਮਾਣ ਕਰਦੇ ਹਨ ਬਹੁਤ ਜ਼ਿਆਦਾ। ਅੱਛਾ, ਨਾਮ ਵੀ ਬਦਲੇ ਹੋਣਗੇ? ਨਾਮ ਬਿਲਕੁਲ ਬਦਲ ਗਿਆ। ਤੁਹਾਡਾ ਨਾਮ ਕੀ ਰੱਖਿਆ ਸੀ? ਮੇਰਾ ਨਾਂ ਸੀ
ਉਦੋਂ ਰੱਖਿਆ ਬਈ ਮੈਨੂੰ ਯਾਦ ਨਹੀਂ, ਮੈਂ ਮਤਲਬ ਇਸਾ ਹੀ ਸ਼ਫੀ ਮੁਹੰਮਦ। ਨਹੀਂ ਮਤਲਬ ਮੇਰਾ ਮੁਹੰਮਦ ਅਲੀ ਸੀ। ਮੁਹੰਮਦ ਅਲੀ। ਹਾਂ, ਮੁਹੰਮਦ ਅਲੀ। ਤੁਹਾਡੇ ਪਿਤਾ ਜੀ ਦਾ ਨਾਮ? ਖੇੜਾ ਸਿੰਘ। ਨਹੀਂ, ਉਹ ਬਾਅਦ 'ਚ। ਤੇ ਉਹਦਾ ਨਾਂ ਨਹੀਂ ਬਦਲੀ ਕਿਹਦਾ। ਤੁਹਾਡੀ ਖੁਰਾਕ ਵੀ ਬਦਲ ਗਈ ਹੋਣੀ ਉੱਥੇ? ਨਹੀਂ, ਖੁਰਾਕ ਤੇ ਅਸੀਂ ਖਾਂਦੇ ਸਾਂ ਉਹੀ ਜੀ। ਆਪਣਾ ਪਕਾ ਕੇ ਖਾਂਦੇ ਹਾਂ ਰੋਟੀ। ਅੱਛਾ ਅੱਛਾ ਅੱਛਾ। ਲੇਕਿਨ ਹੋਰ ਸਾਡੇ ਨਾਲ ਕੋਈ ਨਹੀਂ ਸੀ ਉਹਦੀ ਨਹੀਂ ਗੱਲ। ਕੀਤਾ। ਵਾਹੀ ਕਰਦੇ ਰਹੇ ਉਵੇਂ ਆਪਣੇ ਖੇਤਾਂ 'ਚ? ਹਾਂ ਹਾਂ, ਸਾਡੀ ਜ਼ਮੀਨ ਬੜੀ ਸੀ। ਅਸੀਂ ਸਾਡਾ ਇੱਕ ਖੂਹ ਸੀ, ਮਤਲਬ ਖੂਹ ਹੁੰਦੇ ਹਨ ਉਦੋਂ। ਉਹ ਖੂਹ ਦਾ ਨਾਂ ਕੀ ਸੀ? ਖੇੜਾ ਬਲਗਣ ਵਾਲਾ ਉਹਦਾ ਖੂਹ ਸੀ ਉਹ। ਕਦੀ ਆਪਣੇ ਬਜ਼ੁਰਗਾਂ ਨੂੰ ਪੁੱਛਿਆ ਇਹ ਸ਼ੌਂਕ ਕਿਵੇਂ ਜਾਗਿਆ ਜੱਟਾਂ ਦੇ ਮੁੰਡੇ ਨੂੰ ਗਾਉਣ ਦਾ? ਉਹ ਜੀ ਉਹਨੂੰ ਇੱਕ ਸ਼ੌਕ ਸੀ ਉਹਦਾ, ਇੱਕ ਬੜਾ ਜਿਹੜਾ ਗਲਾ ਹੈ ਬੜਾ ਸੁਰੀਲਾ ਸੀ। ਵਾਹ। ਔਰ ਉਸ ਤੋਂ ਬਾਅਦ ਉਹਨੇ ਗਾਉਣਾ ਜਿਹੜਾ ਹੈ ਉਹਨੂੰ ਬੜਾ ਸ਼ੌਕ ਜਾਗਿਆ ਦਾ, ਔਰ ਉਹ ਸ਼ੁਰੂ ਕੀਤਾ ਹੁਣ। ਪਰਿਵਾਰ 'ਚ ਬਾਅਦ 'ਚ ਕਿਸੇ ਨੇ ਉਸ ਲੀਡ ਤੇ ਤੁਰਿਆ ਨਹੀਂ ਕੋਈ ਬਾਅਦ 'ਚ? ਨਾ ਨਾ ਨਾ, ਕੋਈ ਨਹੀਂ। ਅਸੀਂ ਸਾਡੀ ਮਾਤਾ ਜਿਹੜੀ ਹੈ ਉਹ ਚਾਹੁੰਦੀ ਵੀ ਗਾਉਣ ਵਾਲਾ ਸਾਡੇ ਘਰ 'ਚ ਇਹੋ ਜਿਹਾ ਨਾ ਕੋਈ ਹੋਵੇ, ਅੱਛਾ ਅੱਛਾ ਅੱਛਾ। ਕਿਉਂਕਿ ਉਹ ਬੜਾ ਆਜ਼ਾਦ ਸੀ ਸਾਡਾ ਫਾਦਰ ਜਿਹੜਾ, ਅਤੇ ਉਹਨਾਂ ਆਖਿਆ ਵੀ ਇਹ ਸਾਰੇ ਬੱਚੇ ਆਜ਼ਾਦ ਵੀ ਹੋਣਗੇ, ਅਤੇ ਨਹੀਂ ਇਹੋ ਜਿਹਾ ਨਹੀਂ ਚਾਹੀਦਾ। ਮਤਲਬ ਫਿਰ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਰੋਕ ਲਿਆ ਇਸ ਪਾਸੇ ਜਾਣ? ਹਾਂ। ਠੀਕ। ਜਿਹੜੇ ਇੱਧਰੋਂ ਉੱਜੜ ਕੇ ਗਏ ਹਾਂਜੀ। ਉਹ ਕਿਹੜੇ ਇਲਾਕੇ ਤੋਂ ਗਏ ਸੀ ਤੁਹਾਡੇ ਪਿੰਡ 'ਚ? ਪਤਾ ਨਹੀਂ। ਨਹੀਂ, ਉਹਦਾ ਦੋਸਤੀਆਂ ਹੋ ਗਈਆਂ ਸੀ ਉਹਨਾਂ ਨਾਲ, ਸਾਂਝਾਂ ਬਣ ਗਈਆਂ ਸੀ? ਹਾਂ, ਵੈਸੇ ਥੋੜ੍ਹਾ ਬਹੁਤਾ। ਕਈ ਜ਼ਖਮੀ ਹੋ ਕੇ ਗਏ ਹੋਣੇ? ਹਾਂ। ਕਈ ਜ਼ਖਮੀ ਵੀ ਹੋਏ ਹੋਣੇ ਜਿਹੜੇ ਇੱਧਰੋਂ ਗਏ? ਨਹੀਂ, ਕੋਈ ਜ਼ਖਮੀ ਕੋਈ ਨਹੀਂ ਗਿਆ। ਚਲੋ ਸ਼ੁਕਰੀਆ। ਤੇ ਫਿਰ ਤੁਸੀਂ ਕੋਈ ਚਿੱਠੀ ਪਾਈ ਸੀ ਕਿ ਸਾਨੂੰ ਆ ਕੇ ਲੈ ਜਾਓ? ਨਾ ਨਾ, ਸਾਡਾ ਜਿਹੜਾ ਲੜਕਾ ਸੀ ਨਾ, ਸਾਡਾ ਭਰਾ ਸੀ ਇੱਕ, ਉਹ ਫਿਰ ਕਿਹਾ ਮਿਲਟਰੀ ਨੂੰ ਜੀ ਭਈ ਸਾਡਾ ਪਰਿਵਾਰ ਰਹਿ ਗਿਆ ਉੱਥੇ ਪਾਕਿਸਤਾਨ ਦੇ ਵਿੱਚ, ਅਤੇ ਉਹਨਾਂ ਨੂੰ ਲਿਆਉਣਾ ਉੱਥੋਂ। ਅੱਛਾ ਜੀ। ਫਿਰ ਉਸ ਤੋਂ ਬਾਅਦ ਮਿਲਟਰੀ ਗਈ ਸਾਡੇ ਘਰ ਵਿੱਚ, ਅਤੇ ਸਾਡਾ ਸਾਰਾ ਸਮਾਨ ਟਰੱਕ ਦੇ ਵਿੱਚ, ਫੌਜੀ ਟਰੱਕ ਦੇ ਵਿੱਚ ਲੋਡ ਕੀਤਾ। ਉਸ ਤੋਂ ਬਾਅਦ ਅਸੀਂ ਆ ਗਏ ਸਿਆਲਕੋਟ। ਜੀ। ਹਾਂ। ਕਦੀ ਕਦੀ ਸੋਚਦੇ ਹਾਂ ਜੇ ਭਰਾ ਨਾ ਲੈਣ ਜਾਂਦਾ ਹਾਂ। ਤੁਸੀਂ ਉੱਥੇ ਰਹਿ ਜਾਣਾ ਸੀ। ਇਹ ਅਸੀਂ ਉਹ ਸਾਡੀ ਉਮਰ ਇਹੋ ਜਿਹੀ ਸੀ ਕਿ ਅਸੀਂ ਕਦੀ ਸੋਚਿਆ ਨਹੀਂ ਸੀ, ਲੇਕਿਨ ਜਦੋਂ ਜਾਣ ਲੱਗੇ ਤੇ ਫਿਰ ਸਾਨੂੰ ਪਤਾ ਲੱਗਾ ਵੀ ਅਸੀਂ ਹਿੰਦੁਸਤਾਨ ਜਾਣਾ ਹੈ। ਅੱਛਾ ਜੀ। ਪਾਕਿਸਤਾਨ ਛੱਡ ਕੇ ਫਿਰ ਸਾਨੂੰ ਬੜਾ ਇੱਕ ਚਾਅ ਹੋਇਆ ਵੀ ਅਸੀਂ। ਮਤਲਬ ਤੁਹਾਡੇ ਮਨ ਦੀ ਜਿਹੜੀ ਅਵਸਥਾ, ਕੈਫੀਅਤ ਸੀ, ਹਾਂ, ਉਹ ਬੜੀ ਅਲੱਗ ਜਿਹੀ ਹੋਣੀ ਆ। ਤੁਹਾਨੂੰ ਖੁਸ਼ੀ ਵੀ ਹੋਣੀ ਆ, ਖੁਸ਼ੀ ਸੀ। ਗਮ ਵੀ ਹੋਣਾ ਵੀ ਪਿੰਡ ਛੱਡ ਰਹੇ ਆ, ਘਰ ਛੱਡ ਰਹੇ ਆ, ਖੂਹ ਛੱਡ ਰਹੇ ਆ, ਜ਼ਮੀਨ ਹਾਂਜੀ। ਇਹ ਨਹੀਂ ਮਿਲਣੀ, ਮੁੜ ਕੇ ਆ ਦਰਖਤ ਨਹੀਂ ਦਿਸਣੇ। ਹਾਂ ਹਾਂ ਹਾਂ। ਰੋਏ ਸੀ ਤੁਰਨ ਲੱਗੇ? ਨਹੀਂ, ਅਸੀਂ ਵੈਸੇ ਸਾਨੂੰ ਬੜਾ ਉਸ ਚੀਜ਼ ਦਾ ਦੁੱਖ ਹੋਇਆ, ਸਾਡੇ ਮਾਂ ਪਿਓ ਨੂੰ ਬੜਾ ਦੁੱਖ ਹੋਇਆ, ਲੇਕਿਨ ਗੱਲ ਇਹ ਹੈ ਕਿ ਉਹ ਮਤਲਬ ਜਦੋਂ ਅਸੀਂ ਚਾਹੁੰਦੇ ਹਾਂ ਵੀ ਅਸੀਂ ਇੱਥੇ ਰਹਿ ਨਹੀਂ ਸਕਦੇ, ਜੀ ਜੀ, ਵੀ ਪਾਕਿਸਤਾਨ ਹੈ, ਅਸੀਂ ਹਿੰਦੁਸਤਾਨੀ ਹਾਂ ਅਤੇ ਹਿੰਦੁਸਤਾਨ ਜਾਣਾ ਹੈ ਪੰਜਾਬ 'ਚ, ਅਤੇ ਅਸੀਂ ਫਿਰ ਇੱਥੇ ਆ ਗਏ। ਜੇ ਤੁਸੀਂ ਤੁਰਨ ਲੱਗੇ, ਮੁਸਲਮਾਨਾਂ ਨੇ ਇਕੱਠੇ ਹੋ ਕੇ ਬੜੇ ਪਿਆਰ ਨਾਲ ਤੋਰਿਆ ਹੋਣਾ ਤੁਹਾਨੂੰ? ਨਹੀਂ, ਮੁਸਲਮਾਨ ਜਿਹੜਾ ਸਾਡੇ ਲਾਗੇ ਨਹੀਂ ਕੋਈ ਲੱਗਾ, ਅੱਛਾ। ਕਿਉਂਕਿ ਉਹ ਮਿਲਟਰੀ ਨੇ ਕਿਸੇ ਨੂੰ ਲਾ ਕੇ ਨਹੀਂ ਆਉਣ ਦਿੱਤਾ। ਉਹਨਾਂ ਕੋਲ ਗੰਨਾਂ ਸਨ, ਉਹ ਬਕਾਇਦਾ ਉਹਨਾਂ ਆਖਿਆ ਵੀ ਦੇਖੋ ਕੋਈ ਆਇਆ ਲਾਗੇ ਤੇ ਅਸੀਂ ਉਹਨੂੰ ਮਤਲਬ ਫਾਇਰ ਕਰਾਂਗੇ ਤੇ ਮਾਰ ਦਿਆਂਗੇ। ਨਹੀਂ, ਵੈਸੇ ਇੱਕ ਗੱਲ ਆ, ਚਲੋ ਫੌਜ ਦੇ ਆਪਣੇ ਨਿਯਮ ਸੀ, ਆਪਣੇ ਡਰ ਸੀ, ਲੇਕਿਨ ਜਿਨ੍ਹਾਂ ਨੇ ਹਿਫਾਜ਼ਤ ਕੀਤੀ ਤੁਹਾਡੀ, ਉਹ ਆਖਰੀ ਟਾਈਮ 'ਤੇ ਮਿਲ ਵੀ ਲੈਣ ਦਿੰਦੇ ਤਾਂ ਕਿਹੜੀ ਗੱਲ ਸੀ? ਨਹੀਂ, ਉਹਨਾਂ ਨੇ ਉਸ ਟਾਈਮ ਸਾਡੇ ਪਰਿਵਾਰ ਨੂੰ ਕਿਸੇ ਨਾਲ ਇੰਨਾ ਟਾਈਮ ਹੀ ਨਹੀਂ ਲੱਗਾ ਉੱਥੇ। ਅੱਛਾ ਜੀ। ਉਹ ਜਦੋਂ ਮਿਲਟਰੀ ਚੱਕ ਲਓ ਹੋ ਗਈ ਬਸ। ਹਾਂ, ਡੰਗਰ ਬੱਚੇ ਵਿੱਚ ਛੱਡ ਦਿੱਤੇ? ਹਾਂ, ਡੰਗਰ ਵੈਸੇ ਛੱਡ ਦਿੱਤਾ, ਅਤੇ ਉਂਝ ਵੈਸੇ ਰਜਾਈਆਂ, ਬਿਸਤਰੇ, ਸਮਾਨ ਜਿਹੜਾ ਲੋੜਵੰਦ ਸੀ ਉਹ ਜਾਂ ਨਾਲ ਸਾਰਾ ਲੈ ਲਿਆ ਉਹਨਾਂ ਨੇ। ਵਾਹ ਜੀ ਵਾਹ। ਇਹਨਾਂ 4 ਮਹੀਨਿਆਂ ਦੇ ਦੌਰਾਨ ਫਿਰ ਤੁਸੀਂ ਥੋੜ੍ਹਾ ਬਹੁਤਾ
ਕੁਰਾਨ ਸ਼ਰੀਫ ਵੀ ਪੜ੍ਹਨਾ ਸ਼ੁਰੂ ਕੀਤਾ ਸੀ? ਇਹ ਤੇ ਜਿਹੜਾ ਕੁਰਾਨ ਸ਼ਰੀਫ ਆ ਉਹ ਤੇ ਨਹੀਂ ਸੀ ਪੜ੍ਹਿਆ, ਲੇਕਿਨ ਅਸੀਂ ਮਸੀਤ ਤੇ ਜਾਣ ਲੱਗ ਪਏ। ਆ ਮਸੀਤ ਤੇ ਜਾਣ ਲੱਗ ਪਏ। ਤੇ ਫਿਰ ਤੁਸੀਂ ਉੱਥੋਂ ਟਰੱਕ 'ਚ ਬਹਿ ਗਏ, ਹਾਂ, ਰਸਤੇ 'ਚ ਕੋਈ ਹਮਲਾ ਜਾਂ ਕੋਈ ਕੁਛ ਨਹੀਂ? ਨਾ ਫਿਰ ਉਹ ਸਾਨੂੰ ਸਿਆਲਕੋਟ ਲੈ ਇੱਕ ਕੈਂਪ ਬਣਿਆ ਸੀ, ਜਿਹੜਾ ਸਾਰੇ ਹਿੰਦੂ ਉੱਧਰ ਰਹਿ ਗਏ ਰਹਿ ਸਨ, ਗਏ ਸੀ ਉਹਨਾਂ ਲਈ। ਉਹ ਸਾਰੇ ਉੱਥੇ ਇਕੱਠੇ ਕੀਤੇ ਉਹਨਾਂ ਨੇ। ਤੇ ਕਿੰਨੇ ਮਹੀਨੇ ਰਹੇ ਕੈਂਪ 'ਚ? ਕੋਈ ਤਕਰੀਬਨ 1 ਮਹੀਨਾ। ਉੱਥੇ ਰਹੇ ਫਿਰ? ਹਾਂ, ਉੱਥੇ ਤੰਗੀਆਂ ਤੁਰਸ਼ੀਆਂ ਝੱਲੀਆਂ? ਨਹੀਂ, ਉੱਥੇ ਰੋਟੀ ਰਾਟੀ ਬਿਲਕੁਲ ਬਕਾਇਦਾ ਉਸੇ ਹੀ ਮਿਲਦੀ ਰਹੀ। ਫਿਰ ਜਦੋਂ ਤੁਸੀਂ ਉਸ ਕੈਂਪ 'ਚ ਰਹਿ ਰਹੇ ਸੀ, ਹਾਂ, ਉਹਦੇ ਵਿੱਚ ਬੜੀਆਂ ਔਰਤਾਂ ਵੀ ਇਦਾਂ ਫੜ ਕੇ ਲਿਆਂਦੀਆਂ ਹੋਈਆਂ ਜਿਹੜੀਆਂ ਰਿਕਵਰੀ ਕਰਕੇ? ਹਾਂਜੀ, ਲੇਕਿਨ ਸਾਨੂੰ ਤੇ ਇੰਨਾ ਪਤਾ ਨਹੀਂ ਹੈਗਾ, ਵਿੱਚ ਔਰਤਾਂ ਵੀ ਹੈਗੀਆਂ ਸਨ। ਹਾਂ, ਠੀਕ। ਫਿਰ ਤੁਸੀਂ ਕਿਹੜੇ ਪਿੰਡ ਆਏ ਉੱਥੋਂ ਮਹੀਨੇ ਬਾਅਦ? ਅਸੀਂ ਆਏ ਬਟਾਲੇ ਦੇ ਲਾਗੇ ਪਿੰਡ ਹੈ ਗੌਂਸਪੁਰਾ, ਜੀ ਹੈ ਜੀ। ਉੱਥੇ ਅਸੀਂ ਆਏ ਪਹਿਲਾਂ। ਉੱਥੇ ਤੁਹਾਡੇ ਭਰਾ ਉੱਥੇ ਆਏ ਸੀ? ਸਾਡਾ ਜਿਹੜੇ ਭਰਾ ਵੀ, ਇਹ ਸਾਡਾ ਉੱਥੇ ਇੱਕ ਸੀ। ਸਾਡੇ ਨਾਨਕੇ ਜਿਹੜੇ ਮਾਨਾਂ ਵਾਲੀ ਮਾਨ ਸਨ, ਉਹ ਵੀ ਉੱਥੇ ਲਾਗੇ ਹਨ ਜੀ। ਤੇ ਵੈਸੇ ਇਹ ਜਿਹੜਾ ਪਿੰਡ ਸੀ, ਇਹ ਸਾਡਾ ਬਹੁਤ ਨਜ਼ਦੀਕੀ ਸਾਡੇ ਰਿਸ਼ਤੇਦਾਰ ਇਹ ਉਸ ਪਿੰਡ 'ਚ ਬੈਠੇ ਸਨ, ਇਸ ਕਰਕੇ ਉੱਥੇ ਆ ਗਏ। ਉੱਥੇ ਆ ਗਏ। ਤੇ ਸਫਦਰਪੁਰ ਕਦੋਂ ਆਏ? ਸਫਦਰਪੁਰ ਤੋਂ ਫਿਰ ਬਾਅਦ 'ਚ ਜ਼ਮੀਨ ਅਲਾਟ ਹੋਈ ਇੱਥੇ ਵਧਾਈਏ, ਜੀ ਇੱਥੇ ਆ ਕੇ ਢੇਰਕੇਆਂ ਦੇ ਲਾਗੇ। ਜੀ ਫਿਰ ਉਹ ਜ਼ਮੀਨ ਅਲਾਟ ਹੋਈ ਤੇ ਉਹ ਕੱਚੀ ਅਲਾਟਮੈਂਟ ਸੀ। ਜੀ ਫਿਰ ਪੱਕੀ ਅਲਾਟਮੈਂਟ ਹੋਈ ਤੇ ਉਹ ਇੱਥੇ ਸਫਦਰਪੁਰ ਹੋਈ। ਅੱਛਾ, ਇਹ ਪਿੰਡ ਪੱਕਾ ਸੀ ਕੱਚਾ? ਆ ਜਿਹੜਾ ਇਹ ਤੇ ਬਿਲਕੁਲ ਇੱਥੇ ਕੁਝ ਵੀ ਨਹੀਂ ਸੀ। ਮਤਲਬ ਮਿੱਟੀ ਦੇ ਘਰ? ਨਹੀਂ, ਘਰ ਵੀ ਨਹੀਂ ਸੀ ਉਦੋਂ, ਛੰਨਾ ਵਧੀਆ ਸਨ। ਸਫਦਰਪੁਰ ਇੰਨਾ ਕਿ ਇਹਦੇ 2-3 ਹਿੱਸੇ ਆ? ਉਹਦੇ 3 ਹਿੱਸੇ ਆ। ਜੀ। ਜ਼ਮੀਨ ਵਧੀਆ ਇੱਥੇ ਦੀ? ਜ਼ਮੀਨ ਆ ਹੋਈ ਆ। ਕਦੀ ਕਦੀ ਫਿਰ ਪੁਰਾਣਾ ਪਿੰਡ ਯਾਦ ਆ ਜਾਂਦਾ? ਹਾਂਜੀ, ਪਕਾਰਾ ਹੁੰਦੇ। ਫਿਰ ਮੈਂ ਗਿਆ ਵਾਂ ਉੱਥੇ ਪਾਕਿਸਤਾਨ 'ਚ। ਕਿੰਨੇ ਸਾਲਾਂ ਬਾਅਦ ਜੀ? ਕੋਈ ਮੈਂ ਫੌਜ ਨੌਕਰੀ ਕੀਤੀ, ਫਿਰ ਜੋ ਪੈਨਸ਼ਨ ਆਇਆ, ਜੀ। ਫਿਰ ਪਾਸਪੋਰਟ ਬਣਾ ਕੇ ਫਿਰ ਮੈਂ ਗਿਆ ਉੱਥੇ। ਕੀ ਵੇਖਿਆ ਫਿਰ ਪਿੰਡ ਦਾ? ਕੌਣ ਮਿਲਿਆ ਪਿੰਡ ਦੇ ਜੀ ਉੱਥੇ ਮਿਲੇ ਸਾਨੂੰ ਬਹੁਤ ਪੁਰਾਣੇ ਬੰਦੇ। ਇੱਕ ਹੀ ਮਿਲਿਆ ਸਾਨੂੰ, ਜਿਹੜਾ ਪੁਰਾਣਾ ਬੰਦਾ ਸੀ, ਲਿਆਕਤ ਅਲੀ। ਲਿਆਕਤ ਅਲੀ? ਅੱਛਾ ਜੀ। ਉਹਨੂੰ ਲਿਆਕੋ ਹੀ ਕਹਿੰਦੇ ਆ। ਅੱਛਾ, ਕੀ ਕੰਮਕਾਰ ਕਰਦਾ ਸੀ ਉਹ? ਉਹ ਕਿਤੇ ਇੰਜਣ ਦੇ ਕੰਮ ਕਰਦਾ ਸੀ ਉਹ, ਜਿਹੜਾ ਰੇਲਵੇ ਇੰਜਣ ਹੈ। ਤੇ ਤੁਹਾਡੇ ਟੀਚਰ ਚਲ ਗਏ ਸੀ ਦੁਨੀਆ ਤੋਂ? ਉਹ ਚਲੇ ਗਏ। ਉਹਦੇ ਲੜਕੇ ਜਿਹੜੇ ਨੇ ਉਹ ਹੈਗੇ ਸਨ। ਫਿਰ ਅਸੀਂ ਉਹਨਾਂ ਨੂੰ ਕਿਤੇ ਜਿੱਥੇ ਨੌਕਰੀ ਕਰਦੇ ਹਨ ਨਾ, ਉਹ ਅਸੀਂ ਫਿਰ ਉਹਨਾਂ ਨੂੰ ਬੁਲਾਇਆ, ਫਿਰ ਸਾਰਿਆਂ ਨੂੰ ਮਿਲੇ ਅਸੀਂ ਉਹਨਾਂ ਨੂੰ। ਹਾਂ। ਆਪਣਾ ਘਰ ਵੇਖਿਆ? ਹਾਂ, ਵੇਖਿਆ। ਕੌਣ ਰਹਿੰਦਾ ਸੀ ਹੁਣ ਘਰ 'ਚ? ਘਰ 'ਚ ਮੁਸਲਮਾਨ ਰਹਿੰਦੇ ਸਨ, ਲੇਕਿਨ ਮੈਂ ਉਹਨਾਂ ਨੂੰ ਆਖਿਆ ਮੈਂ ਅਸੀਂ ਇਹ ਘਰ ਵੇਖਣਾ ਹੈ। ਤਾਂ ਆਖਣ ਲੱਗੇ ਬਈ ਆਓ ਵੇਖੋ। ਮੈਂ ਕਿਹਾ ਅਸੀਂ ਇਸ ਘਰ ਦੇ ਵਿੱਚ ਰਹਿਣ ਵਾਲੇ ਹਾਂ, ਅਸੀਂ ਪੰਜਾਬ 'ਚ ਚਲੇ ਗਏ ਸੀ, ਅਸੀਂ ਮੈਂ ਇਹੀ ਆਇਆ ਵੇਖਣ ਵਾਸਤੇ। ਉਹ ਆਖਣਗੇ ਅੱਜ ਵੀ ਘਰ ਤੁਹਾਡਾ ਹੀ ਹੈ। ਹਾਏ ਹਾਏ। ਤੇ ਆ ਕੇ ਚੰਗੀ ਤਰ੍ਹਾਂ ਵੇਖੋ ਤੁਸੀਂ। ਵਾਹ ਜੀ ਵਾਹ, ਕਿੱਦਾਂ ਦੇ ਦਿਲ ਆ ਬੰਦਿਆਂ ਦੇ, ਹੈ ਨੀ? ਖੂਬਸੂਰਤ। ਹਾਂਜੀ। ਰੋਏ ਫਿਰ ਘਰ ਦੇਖ ਕੇ? ਘਰ ਵੇਖਿਆ ਫਿਰ ਉਹ 'ਚ ਵੇਖਿਆ ਸੀ ਬੜਾ ਕੁਛ, ਕੋਈ ਸਾਨੂੰ ਨਾਮ ਨਹੀਂ ਮਿਲਿਆ। ਭਈ ਜਿੱਥੇ ਅਸੀਂ ਨਹਾਉਂਦੇ ਸਾਂ, ਉਹ ਖੂਹੀ ਜਿਹੜੀ ਹੈ ਉਹਦੇ ਵਿੱਚ ਮਤਲਬ ਹੋ ਗਿਆ ਸਰੂਟ ਸਮਝੋ ਤੁਸੀਂ? ਸਰੂਟ ਮਤਲਬ ਕਹਿੰਦੇ ਨੇ ਉਹ ਜਿਹੜਾ ਉਹਦਾ ਖਾਨੇ, ਜੀ ਉਹਦਾ ਇੱਕ ਮੁੱਢ ਹੁੰਦਾ ਹੈ। ਹਾਂਜੀ। ਉਹਦੇ ਵਿੱਚ ਸਾਡਾ ਘਰ ਸੀ। ਮਤਲਬ ਉੱਥੇ ਬੜਾ ਚੰਗਾ ਘਰ ਸੀ ਜੀ। ਤੇ ਉਹ ਠੀਕ ਹੈ, ਵੈਸੇ ਚਲੋ ਠੀਕ ਹੈ ਉਦੋਂ। ਨਹੀਂ, ਜਿਹੜੇ ਉੱਥੇ ਤੁਹਾਡੇ ਘਰ 'ਚ ਰਹਿ ਰਹੇ ਸੀ, ਉਹ ਇੱਧਰੋਂ ਗੁਰਦਾਸਪੁਰ ਵਗੈਰਾ ਤੋਂ ਗਏ ਹੋਣੇ? ਇਹ ਨਹੀਂ ਪਤਾ ਕਿੱਥੋਂ ਗਏ, ਨਾ ਪੁੱਛਿਆ ਹੀ ਹੈ। ਤੁਹਾਨੂੰ ਅੰਦਰ ਬਾੜ ਲਿਆ ਉਹਨਾਂ ਨੇ? ਹਾਂ। ਤੁਸੀਂ ਪੂਰਾ ਘਰ ਘੁੰਮ ਕੇ ਵੇਖਿਆ? ਦੇਖਿਆ, ਹਾਂਜੀ। ਫਿਰ ਖੂਹ ਵੀ ਦੇਖਿਆ? ਹਾਂ, ਖੂਹ ਵੀ ਦੇਖਿਆ। ਅੱਛਾ। ਉੱਥੇ ਦਰਖਤ ਸਾਰੇ ਜਿਹੜੇ ਨੇ ਖਤਮ ਹੋ ਗਏ। ਮਸੀਤ ਤੇ ਗਏ ਸੀ? ਮਸੀਤੇ ਵੀ ਗਏ ਆ। ਸਜਦਾ ਕੀਤਾ? ਸਜਦਾ ਕੀ ਕੀਤਾ ਵੀ ਉਹ ਮਸੀਤ ਵੇਖੀ ਵੈਸੇ। ਯਾਦ ਆ ਗਈ ਹੋਣੀ ਉਦੋਂ ਤੁਹਾਨੂੰ? ਰੱਖਿਆ ਜਿਹੜਾ ਉਹਨਾਂ ਨੇ, ਜਿਹਨਾਂ ਬੰਦਿਆਂ ਨੇ
ਹਾਂ ਉਹਨਾਂ ਨੇ ਤੁਹਾਡੇ ਤੋਂ ਕੀ ਕਰਵਾਇਆ? ਕੁਝ ਤੁਹਾਨੂੰ ਖਾਸ ਚੀਜ਼ ਖਿਲਵਾਈ ਹਿੰਦੂ ਮੁਸਲਮਾਨ ਬਣਾਉਣ ਲਈ? ਨਹੀਂ ਜੀ, ਉਹਨਾਂ ਸਾਨੂੰ ਸਭ ਤੋਂ ਪਹਿਲਾਂ ਅਸੀਂ ਉੱਥੋਂ ਜਦੋਂ ਬਣਨ ਲੱਗਾ ਨਾ ਮਤਲਬ ਲੋਕੀ ਦੌੜ ਭੱਜ ਗਏ, ਅਸੀਂ ਵੀ ਫਿਰ ਨਾਲ ਉੱਥੋਂ ਭੱਜ ਗਏ। ਪਹਿਲਾਂ ਭੱਜੇ ਸੀ? ਹਾਂ। ਅੱਛਾ। ਤੇ ਫਿਰ ਉਸ ਤੋਂ ਬਾਅਦ ਅਸੀਂ, ਸਾਡਾ ਪਿਓ ਜਿਹੜਾ ਉਹ ਬਹੁਤ ਕਮਜ਼ੋਰ ਸੀ, ਉਹ ਫਿਰ ਉੱਥੇ ਰਹਿ ਗਿਆ। ਅੱਛਾ ਅੱਛਾ ਅੱਛਾ। ਅਸੀਂ ਫਿਰ ਵਾਪਸ ਆ ਗਏ ਉੱਥੇ ਪਿਓ ਕਰਕੇ? ਹਾਂ। ਜਦੋਂ ਵਾਪਸ ਆ ਗਏ, ਇੱਕ ਸਾਡਾ ਜਿਹੜਾ ਭਰਾ ਹੈ ਵੱਡਾ, ਉਹ ਨਹੀਂ ਆਇਆ, ਉਹ ਇੱਥੇ ਗੌਸਪੁਰੇ ਆ ਗਿਆ। ਨਹੀਂ, ਤੁਸੀਂ ਕੈਂਪ ਚੋਂ ਵਾਪਸ ਮੁੜੇ ਸੀ ਜਿੱਥੇ ਕਾਫਲਾ ਬੈਠਾ ਸੀ? ਨਾ 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 ਨਾ, ਉਹ ਜੀ ਅਸੀਂ ਖੇਤਾਂ ਖੂਤਾਂ 'ਚ? ਖੇਤਾਂ ਖੁੱਤਾਂ 'ਚ। ਅੱਛਾ, ਉਹ ਤੁਹਾਡਾ ਭਰਾ ਕੀ ਕਹਿੰਦਾ ਵੀ ਮੈਂ ਨਹੀਂ ਮੁੜਨਾ? ਉਹ ਆਖਰਕਾਰ ਤੁਸੀਂ ਜਾਣਾ ਜਾਓ, ਇੱਕ ਮੇਰੇ ਵਾਸਤੇ ਗੱਲ ਨਹੀਂ, ਕਿਉਂਕਿ ਮੈਨੂੰ ਮੁਸਲਮਾਨਾਂ ਮਾਰ ਦਿੱਤਾ। ਕਿਉਂ, ਉਹਦੀ ਕੋਈ ਲੱਗਦੀ ਸੀ? ਮਤਲਬ ਉਹ ਜਵਾਨ ਸੀ, ਤਗੜਾ ਸੀ, ਪਤਾ ਨਹੀਂ। ਵਿਆਹਿਆ ਸੀ? ਨਹੀਂ, ਅਜੇ ਵਿਆਹ ਨਹੀਂ ਸੀ। ਉਹ ਫੌਜ 'ਚ ਨੌਕਰੀ ਕੀਤੀ ਸੀ। ਅੱਛਾ, ਉਹਨੂੰ ਡਰ ਸੀ ਕਿ ਮੈਨੂੰ ਮਾਰ ਦੇਣਗੇ? ਮਾਰ ਦੇਣਗੇ। ਤੁਸੀਂ ਵਾਪਸ ਮੁੜ ਗਏ? ਵਾਪਸ ਆਉਣ ਗਏ। ਤੁਸੀਂ ਵਾਪਸ ਪਿੰਡ 'ਚ ਮੁੜੇ, ਤੁਹਾਨੂੰ ਉਹਨਾਂ ਨੇ ਕਿਸੇ ਨੇ ਕਿਹਾ ਨਹੀਂ ਵੀ ਇਹਨੂੰ ਕਤਲ ਕਰ ਦਿਓ, ਸਿੱਖਾਂ ਦੇ ਮੁੰਡੇ ਜਾਂ ਇਦਾਂ? ਉਦੋਂ ਜਿਹੜੇ ਕਤਲੇਆਮ ਜਿਹੜੀ ਆ ਥੰਮ ਗਈ ਸੀ। ਅੱਛਾ ਅੱਛਾ। ਆਹ, ਤੇ ਇਸ ਵਾਸਤੇ ਲੋਕੀ ਜਿਹੜੇ ਨੇ ਉਂਝ ਕਤਲ ਕਰਨਾ ਥੋੜ੍ਹਾ ਬੰਦ ਕਰਤਾ ਸੀ ਲੋਕਾਂ ਨੇ। ਚਲੋ ਵਧੀਆ ਜੀ। ਚਲੋ ਜੀ ਵਿਰਕ ਸਾਹਿਬ, ਤੁਹਾਡੀ ਜ਼ਿੰਦਗੀ ਦੀ ਕਹਾਣੀ ਸੁਣੀ, ਤੇ ਹੁਣ ਤੁਸੀਂ ਇਹ ਦੱਸ ਦਿਓ ਵੀ ਕੋਈ ਖਾਸ ਗੱਲ ਜਿਹੜੀ ਤੁਹਾਨੂੰ ਸੁਪਨਿਆਂ ਦੇ ਵਿੱਚ ਵੀ ਆ ਕੇ ਜਗਾ ਦਿੰਦੀ ਹੋਵੇ, ਜਾਂ ਤੁਹਾਡੇ ਦਿਲ ਨੂੰ ਮਹਿਕਾਈ ਰੱਖਦੀ ਹੋਵੇ, ਕੋਈ ਖਾਸ ਯਾਦ, ਕੋਈ ਖਾਸ ਘਟਨਾ ਬਲੱਗਣ ਪਿੰਡ ਦੀ, ਉਹ ਤੁਸੀਂ ਸੁਣਾਓ। ਉਹ ਸਾਨੂੰ ਕੋਈ ਯਾਦ ਨਹੀਂ, ਨਾ ਹੀ ਸੁਣਾਈ ਸਕਦੇ ਆ, ਲੇਕਿਨ ਸਾਨੂੰ ਇਹ ਗੱਲ ਦਾ ਪਤਾ ਜਦੋਂ ਅਸੀਂ ਪਿੰਡ ਗਏ ਆ ਦੁਬਾਰਾ ਜੀ, ਤੇ ਫਿਰ ਉਸ ਤੋਂ ਬਾਅਦ ਮੈਂ ਵੇਖ ਕੇ ਪਿੰਡ ਨੂੰ, ਤੇ ਮੇਰਾ ਬੜਾ ਦਿਲ ਦੁੱਖ ਹੋਇਆ ਕਿ ਸਾਡਾ ਪਿੰਡ ਹੁਣ ਇੱਕ ਉੱਜੜ ਗਿਆ। ਓਹੋ। ਇਹਦੇ ਵਿੱਚ ਜਿਹੜੇ ਮਕਾਨ ਨੇ ਸਭ ਬਿਲਕੁਲ ਢਾਹ ਢੇਰੀ ਵੱਜ ਗਏ, ਬਣ ਗਏ ਸਾਰੇ, ਤੇ ਮੁਸਲਮਾਨ ਥੋੜ੍ਹੇ ਚੰਦ ਹੀ ਰਹਿ ਗਏ ਸਨ। ਅੱਛਾ। ਤੇ ਜਾਂ ਜਿਹੜੇ ਉੱਥੇ ਮੁਸਲਮਾਨ ਪਾਕਿਸਤਾਨ ਚੋਂ ਗਏ ਹਨ ਇੱਥੋਂ, ਇੱਧਰੋਂ ਗਏ ਸੀ, ਆਹ, ਉਹ ਹੋਣੀ ਆ। ਉਹ ਹੋ ਗਏ। ਓਕੇ, ਚਲੋ ਜੀ, ਠੀਕ ਹੈ ਵਿਰਕ ਸਾਹਿਬ, ਬਹੁਤ ਚੰਗਾ ਲੱਗਿਆ ਜੀ, ਥੈਂਕ ਯੂ, ਮਿਹਰਬਾਨੀ ਜੀ, ਧੰਨਵਾਦ।